ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਅਲ ਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਸਟੇਟ ਦੀ ਦੁਨੀਆ ਦਾ ਮੰਨਿਆ ਪਰਵੰਨਿਆ ਨਾਮ। ਪੇਸ਼ ਨੇ ਚੋਣਵੀਆਂ ਖਬਰਾਂ। ਨਿਊਯਾਰਕ ਤੇ ਬਰੁਕਲਿਨ 'ਚ ਗੋਲੀਬਾਰੀ ਕਰਨ ਵਾਲਾ 62 ਸਾਲਾ ਵਿਅਕਤੀ ਗ੍ਰਿਫਤਾਰ। ਯੂਕਰੇਨ 'ਚ ਰੂਸ ਦੀ ਜੰਗ ਕਤਲੇਆਮ ਦੇ ਬਰਾਬਰ, ਯੂਕਰੇਨੀ ਹੋਣ ਦੇ ਵਿਚਾਰ ਮਿਟਾਉਣ 'ਚ ਲੱਗੇ ਨੇ ਪੁਤਿਨ। ਬਾਈਡਨ ਸਰਕਾਰ ਨੇ ਮਾਸਕ ਦੇ ਲਾਜ਼ਮੀ ਆਦੇਸ਼ ਨੂੰ 3 ਮਈ ਤੱਕ ਵਧਾਇਆ। रूस खिलाफ आस्ट्रेलिया की नवी कार्रवाई, कंपनियां ते लगाईयां पाबंदियां। हार्वर्ड च बोले जयशंकर, मनुखी तत्त भारत अमरीका संबंध का अहम कारण। ते हुण खबरां विस्तार दे नाल। ਅਮਰੀਕਾ ਵਿੱਚ 10 ਦਿਨਾਂ ਤੋਂ ਵੀ ਘੱਟ ਸਮੇਂ ਦੇ ਵਿੱਚ ਹੋਏ ਦੂਜੇ ਹਮਲੇ ਦੇ ਵਿੱਚ ਇੱਥੋਂ ਦੇ ਕਵੀਨਜ਼ ਵਿੱਚ 2 ਸਿੱਖ ਵਿਅਕਤੀਆਂ ਤੇ ਹਮਲਾ ਕਰਕੇ ਉਹਨਾਂ ਨੂੰ ਲੁੱਟ ਲਿਆ ਗਿਆ। ਇਹ ਹਮਲਾ ਸ਼ਹਿਰ ਦੇ ਉਸ ਇਲਾਕੇ ਦੇ ਵਿੱਚ ਹੋਇਆ ਜਿੱਥੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਸੀ। ਨਿਊਯਾਰਕ ਵਿੱਚ ਭਾਰਤ ਦੇ ਕਾਉਂਸਲੇਟ ਜਨਰਲ ਨੇ ਇੱਕ ਟਵੀਟ ਦੇ ਵਿੱਚ ਕਿਹਾ, ਰਿਚਮੰਡ ਹਿਲਸ ਨਿਊਯਾਰਕ ਦੇ ਵਿੱਚ 2 ਸਿੱਖ ਵਿਅਕਤੀਆਂ ਤੇ ਹਮਲਾ ਨਿੰਦਣਯੋਗ ਹੈ। ਕਾਉਂਸਲਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਸਥਾਨਕ ਅਧਿਕਾਰੀਆਂ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਦੇ ਨਾਲ ਸੰਪਰਕ ਕੀਤਾ ਹੈ। ਇਸ ਨੇ ਅੱਗੇ ਕਿਹਾ ਕਿ ਇਸ ਘਟਨਾ ਦੀ ਪੁਲਿਸ ਸ਼ਿਕਾਇਤ ਦਰਜ ਕਰਾਈ ਗਈ ਹੈ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਉਂਸਲਰ ਨੇ ਕਿਹਾ ਕਿ ਉਹ ਕਮਿਊਨਿਟੀ ਮੈਂਬਰਾਂ ਦੇ ਸੰਪਰਕ ਦੇ ਵਿੱਚ ਹੈ ਅਤੇ ਪੀੜਤਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਨੇ। ਕਮਿਊਨਿਟੀ ਆਧਾਰਿਤ ਨਾਗਰਿਕ ਅਤੇ ਮਨੁੱਖੀ ਅਧਿਕਾਰ ਸੰਗਠਨ ਸਿੱਖ ਕੋਲੀਸ਼ਨ ਨੇ ਕਿਹਾ ਕਿ ਮੰਗਲਵਾਰ ਨੂੰ ਕੁਈਨਜ਼ ਦੇ ਰਿਚਮੰਡ ਹਿੱਲ ਦੇ ਵਿੱਚ 2 ਸਿੱਖ ਵਿਅਕਤੀਆਂ ਤੇ ਹਮਲਾ ਕੀਤਾ ਗਿਆ ਅਤੇ ਉਹਨਾਂ ਨੂੰ ਲੁੱਟ ਲਿਆ ਗਿਆ। ਹਮਲਾ ਉਸ ਖੇਤਰ ਤੇ ਬਹੁਤ ਨੇੜੇ ਹੋਇਆ ਜਿੱਥੇ 3 ਅਪ੍ਰੈਲ ਨੂੰ ਇੱਕ ਗੈਰ ਉਕਸਾਹਟ ਦੇ ਹਮਲੇ ਦੇ ਵਿੱਚ ਨਿਰਮਲ ਸਿੰਘ ਨੂੰ ਮੁੱਕਾ ਮਾਰਿਆ ਗਿਆ ਸੀ। 2 ਵਿਅਕਤੀਆਂ ਤੇ ਹਮਲਾ ਉਸੇ ਦਿਨ ਹੋਇਆ ਸੀ ਜਦੋਂ ਬਰੁਕਲਿਨ ਸਬਵੇ ਤੇ ਗੋਲੀਬਾਰੀ ਹੋਈ ਸੀ, ਜਿਸ ਵਿੱਚ 16 ਲੋਕ ਜ਼ਖਮੀ ਹੋਏ ਸਨ ਤੇ ਜਿਨ੍ਹਾਂ ਦੇ ਵਿੱਚੋਂ 10 ਨੂੰ ਗੋਲੀ ਲੱਗੀ ਸੀ ਅਤੇ 5 ਹੋਰ ਗੰਭੀਰ ਪਰ ਸਥਿਰ ਹਾਲਤ ਵਿੱਚ ਸਨ। ਪੁਲਿਸ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੀ ਹੈ ਜਿਸ ਨੂੰ ਇੱਕ ਕਾਲਾ ਪੁਰਸ਼ ਮੰਨਿਆ ਜਾਂਦਾ ਹੈ ਜਿਸ ਨੇ ਇੱਕ ਗੈਸ ਮਾਸਕ ਪਹਿਨਿਆ ਹੋਇਆ ਸੀ ਔਰ ਸਬਵੇ ਟ੍ਰੇਨ ਦੇ ਅੰਦਰ ਇੱਕ ਡੱਬਾ ਖੋਲ੍ਹਿਆ ਜਦੋਂ ਇਹ ਮੰਗਲਵਾਰ ਸਵੇਰੇ ਬਰੁਕਲਿਨ ਦੇ 7ਵੀਂ ਸਟਰੀਟ ਸਟੇਸ਼ਨ ਦੇ ਨੇੜੇ ਪਹੁੰਚਿਆ। ਸ਼ੱਕੀ ਨੇ ਫਿਰ ਗੋਲੀਬਾਰੀ ਕੀਤੀ ਤੇ ਸਬਵੇ ਅਤੇ ਪਲੇਟਫਾਰਮ ਤੇ ਕਈ ਲੋਕਾਂ ਨੂੰ ਮਾਰਿਆ। ਤਾਜ਼ਾ ਹਮਲੇ ਤੇ ਟਿੱਪਣੀ ਕਰਦੇ ਹੋਏ ਕੁਈਨਜ਼ ਬੈਰੋ ਦੇ ਪ੍ਰਧਾਨ ਡੋਨੋਵਨ ਰਿਚਰਡ ਨੇ ਕਿਹਾ ਕਿ ਇਹ ਰਿਚਮੰਡ ਹਿੱਲ ਖੇਤਰ ਦੇ ਵਿੱਚ ਇੱਕ ਹੋਰ ਮੁਸ਼ਕਲ ਦਿਨ ਹੈ ਕਿਉਂਕਿ ਸਾਨੂੰ ਇੱਕ ਸਿੱਖ ਗੁਆਂਢੀ ਤੇ ਦੂਜੇ ਹਮਲੇ ਬਾਰੇ ਪਤਾ ਲੱਗਾ ਹੈ। ਉਸਨੇ ਕਿਹਾ ਕਿ ਉਸ ਦਾ ਦਫ਼ਤਰ ਨਿਆਂ ਯਕੀਨੀ ਕਰਨ ਦੇ ਲਈ ਪੁਲਿਸ ਅਧਿਕਾਰੀਆਂ ਦੇ ਨਾਲ ਸੰਪਰਕ ਦੇ ਵਿੱਚ ਹੈ। ਕੁਈਨਜ਼ ਸਿੱਖ ਭਾਈਚਾਰਾ ਕਿਸੇ ਵੀ ਚੀਜ਼ ਤੋਂ ਘੱਟ ਦਾ ਹੱਕਦਾਰ ਨਹੀਂ ਹੈ। ਨਿਊਯਾਰਕ ਸਿਟੀ ਕਾਉਂਸਲ ਮੈਂਬਰ ਸ਼ਹਾਨਾ ਹਨੀਫ ਜੋ ਕਿ ਬਰੁਕਲਿਨ ਦੀ ਨੁਮਾਇੰਦਗੀ ਕਰਦੀ ਹੈ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਟਵੀਟ ਕੀਤਾ ਕਿ ਸਿੱਖ ਕੋਲੀਸ਼ਨ ਨੇ ਕਿਹਾ ਹੈ ਕਿ ਉਹਨਾਂ ਦੀ ਨਿਜਤਾ ਦੇ ਆਧਾਰ ਲਈ ਉਹ 2 ਸਿੱਖ ਵਿਅਕਤੀਆਂ ਦੇ ਨਾਂ ਜਾਂ ਤਸਵੀਰਾਂ ਸਾਂਝੀਆਂ ਨਹੀਂ ਕਰ ਰਿਹਾ ਜੋ ਪੀੜਤ ਹਨ ਅਤੇ ਡਾਕਟਰੀ ਦੇਖਭਾਲ ਪ੍ਰਾਪਤ ਕਰ ਰਹੇ ਨੇ। ਹਾਲਾਂਕਿ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਵੀਡੀਓ ਫੁਟੇਜ ਵਿੱਚੋਂ 2 ਵਿਅਕਤੀਆਂ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਕਰਮਚਾਰੀਆਂ ਦੁਆਰਾ ਘਿਰਿਆ ਹੋਇਆ ਦਿਖਾਇਆ ਗਿਆ ਹੈ। ਜ਼ਖਮੀਆਂ 'ਚੋਂ ਇੱਕ ਵਿਅਕਤੀ ਸੜਕ ਦੇ ਕਿਨਾਰੇ ਬੈਠਾ ਦਿਖ ਰਿਹਾ ਹੈ ਜਦਕਿ ਉਸ ਦੇ ਕੋਲ ਖੜਾ ਹੈ। ਉਸਨੇ ਆਪਣੀ ਅੱਖ ਦੇ ਨੇੜੇ ਆਪਣੀ ਸੱਟ ਨੂੰ ਕੱਪੜੇ ਦੇ ਨਾਲ ਢੱਕਿਆ ਹੋਇਆ। ਵੀਡੀਓ 'ਚ ਦੋਵੇਂ ਸਿੱਖ ਵਿਅਕਤੀ ਸਿਰ ਤੇ ਬਿਨਾਂ ਦਸਤਾਰ ਦੇ ਨਜ਼ਰ ਆ ਰਹੇ ਨੇ। ਸਿੱਖ ਕੋਲੀਸ਼ਨ ਨੇ ਕਿਹਾ ਕਿ ਉਹ ਨਿਊਯਾਰਕ ਪੁਲਿਸ ਡਿਪਾਰਟਮੈਂਟ ਹੇਟ ਕ੍ਰਾਈਮਸ ਟਾਸਕ ਫੋਰਸ ਨਾਲ ਸਿੱਧੇ ਸੰਪਰਕ ਦੇ ਵਿੱਚ ਹੈ ਜਿਸ ਨੇ ਸਾਂਝਾ ਕੀਤਾ ਹੈ ਕਿ ਇੱਕ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਜਦੋਂ ਕਿ ਦੂਜੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ। ਸਿੱਖ ਕੋਲੀਸ਼ਨ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਦਾ ਮੰਨਣਾ ਹੈ ਕਿ ਦੋਵਾਂ ਵਿਅਕਤੀਆਂ ਨੂੰ ਸਿੱਖ ਹੋਣ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹਮਲਿਆਂ ਦੀ ਜਾਂਚ ਵੀ ਸਿੱਖ ਵਿਰੋਧੀ ਨਫ਼ਰਤ ਅਪਰਾਧ ਵਜੋਂ ਹੀ ਕੀਤੀ ਜਾ ਰਹੀ ਹੈ। ਨਿਊਯਾਰਕ ਸਟੇਟ ਅਸੈਂਬਲੀ ਵੂਮਨ ਜੈਨੀਫਰ ਰਾਜਕੁਮਾਰ ਨੇ ਕਿਹਾ ਕਿ ਨਿਊਯਾਰਕ ਸਟੇਟ ਆਫਿਸ ਲਈ ਚੁਣੀ ਗਈ ਪਹਿਲੀ ਪੰਜਾਬੀ ਅਮਰੀਕਨ ਹੋਣ ਦੇ ਨਾਤੇ ਉਹ ਸਪਸ਼ਟ ਸ਼ਬਦਾਂ ਦੇ ਵਿੱਚ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਨਿਊਯਾਰਕ ਰਾਜ ਦੇ ਵਿੱਚ ਸਿੱਖ ਅਮਰੀਕਨ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਲਈ ਜ਼ੀਰੋ ਬਰਦਾਸ਼ਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਉਸਨੇ ਦੋਵਾਂ ਹਮਲਿਆਂ ਦੀਆਂ ਘਟਨਾਵਾਂ ਤੋਂ ਬਾਅਦ NYPD ਨਾਲ ਗੱਲਬਾਤ ਕੀਤੀ ਸੀ ਅਤੇ ਦੋਵਾਂ ਘਟਨਾਵਾਂ ਦੀ ਨਫ਼ਰਤੀ ਅਪਰਾਧ ਵਜੋਂ ਜਾਂਚ ਕੀਤੇ ਜਾਣ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਲਿਆਉਣ ਦੀ ਮੰਗ ਕੀਤੀ ਹੈ। ਉਸਨੇ ਨੋਟ ਕੀਤਾ ਕਿ ਹਾਲ ਹੀ ਦੇ ਸਾਲਾਂ ਦੇ ਵਿੱਚ ਸਿੱਖ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧਾਂ ਦੇ ਵਿੱਚ ਚਿੰਤਾਜਨਕ 200% ਵਾਧਾ ਹੋਇਆ। ਉਸਨੇ ਇੱਕ ਇਤਿਹਾਸਕ ਮਤਾ ਪਾਸ ਕੀਤਾ ਜਿਸ ਦੇ ਤਹਿਤ ਨਿਊਯਾਰਕ ਸਟੇਟ ਨੇ ਅਪ੍ਰੈਲ ਨੂੰ ਪੰਜਾਬੀ ਮਹੀਨੇ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੱਡਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਯੂਕਰੇਨ ਦੇ ਵਿੱਚ ਰੂਸ ਦੀ ਜੰਗ ਕਤਲੇਆਮ ਦੇ ਬਰਾਬਰ ਹੈ। ਉਹਨਾਂ ਨੇ ਰੂਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਯੂਕਰੇਨੀ ਹੋਣ ਦੇ ਵਿਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਬਾਈਡਨ ਨੇ ਵਾਸ਼ਿੰਗਟਨ ਪਹੁੰਚਣ ਲਈ 에ਅਰ ਫੋਰਸ ਜਹਾਜ਼ ਵਿੱਚ ਸਵਾਰ ਹੋਣ ਤੇ ਪਹਿਲਾਂ ਆਇਓਵਾ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਮੈਂ ਇਸ ਨੂੰ ਕਤਲੇਆਮ ਕਰਾਰ ਦਿੰਦਾ ਹਾਂ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ
ਤੈਅ ਕਰਨ ਵਾਲਾ ਵਕੀਲਾਂ ਦਾ ਕੰਮ ਹੈ ਕਿ ਰੂਸ ਦੀ ਕਾਰਵਾਈ ਕਤਲੇਆਮ ਨਾਲ ਜੁੜੇ ਕੌਮਾਂਤਰੀ ਮਾਪਦੰਡਾਂ ਦੇ ਨਾਲ ਮੇਲ ਖਾਂਦੀ ਹੈ ਜਾਂ ਨਹੀਂ। ਰੂਸ ਨੇ ਯੂਕਰੇਨ ਦੇ ਵਿੱਚ ਜੋ ਭਿਆਨਕ ਕਾਰੇ ਕੀਤੇ ਨੇ ਉਹਨਾਂ ਨਾਲ जुड़े हुए होर सबूत सामने आ रहे हैं। सानू विनाश बारे होर जानकारियां मिल रही ने। बाइडन ने पिछले हफ्ते रूस की कार्रवाई नूं कतलेआम दसदे हुए सिर्फ जंगी अपराध करार दिता सी। बाइडन ने नवे मुलांकण दरमियान ना तो उन्होंने ਅਤੇ ਨਾ ਹੀ ਉਹਨਾਂ ਦੇ ਪ੍ਰਸ਼ਾਸਨ ਨੇ ਰੂਸ ਤੇ ਨਵੀਆਂ ਪਾਬੰਦੀਆਂ ਲਗਾਉਣ ਜਾਂ ਯੂਕਰੇਨ ਨੂੰ ਵਾਧੂ ਮਦਦ ਦੇਣ ਦਾ ਐਲਾਨ ਕੀਤਾ। ਉਧਰ ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ ਵਾਲਟਰ ਸਟੀਮਨੀਅਰ ਨੇ ਕਿਹਾ ਪੁਤਿਨ ਨੂੰ ਯੂਕਰੇਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਸੱਦਣ ਅਤੇ ਉੱਥੇ ਵਹਿਸ਼ੀਪੁਣਾ ਰੋਕਣ ਲਈ ਕਿਹਾ। ਉਹਨਾਂ ਨੇ ਯੂਕਰੇਨ ਦੀ ਲੜਾਈ ਦਾ ਸਮਰਥਨ ਕਰਨ ਅਤੇ ਜੰਗ ਤੋਂ ਭੱਜਣ ਵਾਲੇ ਲੱਖਾਂ ਸ਼ਰਨਾਰਥੀਆਂ ਦੀ ਸਹਾਇਤਾ ਲਈ ਪੋਲੈਂਡ ਦੇ ਰਾਸ਼ਟਰਪਤੀ ਆਂਦਰੇਜ਼ ਡੂਡਾ ਨਾਲ ਗੱਲ ਕਰਨ ਲਈ ਵਾਰਸਾ ਦਾ ਦੌਰਾ ਕੀਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਬਾਈਡਨ ਦੀਆਂ ਟਿੱਪਣੀਆਂ ਦੀ ਸ਼ਲਾਘਾ ਕੀਤੀ ਹੈ। ਉਹਨਾਂ ਨੇ ਟਵੀਟ ਕੀਤਾ ਹੈ ਕਿ ਇੱਕ ਸੱਚੇ ਨੇਤਾ ਤੇ ਸੱਚੇ ਸ਼ਬਦ ਬੁਰਾਈ ਦਾ ਸਾਹਮਣਾ ਕਰਨ ਲਈ ਚੀਜ਼ਾਂ ਨੂੰ ਉਹਨਾਂ ਦੇ ਨਾਲ ਸੱਦਣਾ ਜ਼ਰੂਰੀ ਹੈ। ਅਸੀਂ ਅਮਰੀਕਾ ਤੋਂ ਹੁਣ ਤੱਕ ਮਿਲੀ ਮਦਦ ਲਈ ਉਸ ਦਾ ਸ਼ੁਕਰਗੁਜ਼ਾਰ ਹਾਂ। ਸਾਨੂੰ ਰੂਸੀ ਅਤਿਆਚਾਰਾਂ ਨਾਲ ਨਜਿੱਠਣ ਲਈ ਹੋਰ ਜ਼ਿਆਦਾ ਭਾਰੀ ਹਥਿਆਰਾਂ ਦੀ ਲੋੜ ਹੈ। ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਵਿਚਕਾਰ ਬਾਈਡਨ ਪ੍ਰਸ਼ਾਸਨ ਨੇ ਘੋਸ਼ਣਾ ਕੀਤੀ ਹੈ ਕਿ ਉਹ ਹਵਾਈ ਜਹਾਜ਼ਾਂ ਅਤੇ ਜਨਤਕ ਆਵਾਜਾਈ ਦੁਆਰਾ ਯਾਤਰਾ ਲਈ ਮਾਸਕ ਦੇ ਦੇਸ਼ ਵਿਆਪੀ ਜ਼ਰੂਰਤ ਨੂੰ 15 ਦਿਨਾਂ ਲਈ ਵਧਾ ਰਿਹਾ ਹੈ। ਯੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਨੇ ਕਿਹਾ ਹੈ ਕਿ ਉਹ 18 ਅਪ੍ਰੈਲ ਨੂੰ ਖਤਮ ਹੋਣ ਵਾਲੇ ਆਦੇਸ਼ ਨੂੰ 3 ਮਈ ਤੱਕ ਵਧਾ ਰਿਹਾ ਹੈ। ਇਸ ਦੌਰਾਨ ਉਹਨਾਂ ਕੋਰੋਨਾ ਵਾਇਰਸ ਦੇ ਓਮਿਕਰੋਨ ਰੂਪ ਦੇ BA.2 ਉਪ ਕਿਸਮ ਦਾ ਅਧਿਐਨ ਕਰਕੇ ਜੋ ਕੋਵਿਡ ਮਹਾਮਾਰੀ ਦੇ ਜ਼ਿਆਦਾਤਰ ਮਾਮਲਿਆਂ ਦੇ ਲਈ ਜ਼ਿੰਮੇਵਾਰ ਹੈ। ਏਜੰਸੀ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਮਾਮਲਿਆਂ ਦੇ ਵਧਣ ਦਾ ਖਦਸ਼ਾ ਹਸਪਤਾਲਾਂ ਦੇ ਵਿੱਚ ਦਾਖਲ ਹੋਣ ਅਤੇ ਸਿਹਤ ਸੰਭਾਲ ਪ੍ਰਣਾਲੀ ਦੀ ਸਮਰੱਥਾ ਆਦਿ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਲਈ CDC ਦਾ ਆਦੇਸ਼ ਇਸ ਸਮੇਂ ਲਾਗੂ ਰਹੇਗਾ। ਉਹਨਾਂ ਮੁਤਾਬਕ ਜਦੋਂ ਆਵਾਜਾਈ ਸੁਰੱਖਿਆ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਮਿਆਦ ਨੂੰ ਵਧਾਇਆ ਸੀ ਤਾਂ ਉਸ ਨੇ ਮਾਸਕ ਦੀ ਜ਼ਰੂਰਤ ਬਾਰੇ ਕਿਹਾ ਸੀ ਕਿ CDC ਇੱਕ ਵਧੇਰੇ ਲਚਕਦਾਰ ਸਾਵਧਾਨੀ ਰਣਨੀਤੀ ਤਿਆਰ ਕਰਨ ਦੀ ਉਮੀਦ ਕਰ ਰਹੀ ਹੈ ਜੋ ਦੇਸ਼ ਵਿਆਪੀ ਜ਼ਰੂਰਤ ਨੂੰ ਬਦਲ ਦੇਵੇਗੀ। ਬਾਈਡਨ ਨੇ 2020 ਤੋਂ ਪ੍ਰਭਾਵੀ ਸਿਹਤ ਐਮਰਜੈਂਸੀ ਨੂੰ 90 ਦਿਨਾਂ ਤੱਕ ਵਧਾ ਦਿੱਤਾ ਹੈ। ਕਈ ਮਹੀਨਿਆਂ ਤੋਂ 에ਅਰਲਾਈਨ ਯਾਤਰੀਆਂ ਲਈ ਮਾਸਕ ਦੀ ਜ਼ਰੂਰਤ ਨੂੰ ਖਤਮ ਕਰਨ ਦੇ ਆਦੇਸ਼ ਦੀ ਮੰਗ ਕਰ ਰਹੀਆਂ ਸਨ। ਉਹਨਾਂ ਨੇ ਦਲੀਲ ਦਿੱਤੀ ਹੈ ਕਿ ਆਧੁਨਿਕ ਜਹਾਜ਼ਾਂ ਦੇ ਵਿੱਚ ਪ੍ਰਭਾਵਸ਼ਾਲੀ 에ਅਰ ਫਿਲਟਰ ਉਡਾਨ ਦੌਰਾਨ ਵਾਇਰਸ ਦੇ ਫੈਲਣ ਦੀ ਸੰਭਾਵਨਾ ਨੂੰ ਘੱਟ ਬਣਾਉਂਦੇ ਨੇ। ਕਾਂਗਰਸ ਦੇ ਰਿਪਬਲਿਕਨ ਮੈਂਬਰਾਂ ਨੇ ਵੀ ਲਾਜ਼ਮੀ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਆਸਟ੍ਰੇਲੀਆ ਨੇ ਰੂਸ ਖਿਲਾਫ ਇੱਕ ਹੋਰ ਸਖਤ ਕਦਮ ਚੁੱਕਿਆ ਹੈ। ਆਸਟ੍ਰੇਲੀਆ ਨੇ ਦੇਸ਼ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੀ ਵੈਬਸਾਈਟ ਤੇ ਗੈਜ਼ਪ੍ਰੋਮ, ਟਰਾਂਸਨੇਫਟ, ਰੋਸਟੈਲੀਕਾਮ, ਰਸ਼ਹਾਈਡਰੋ ਸਮੇਤ 14 ਰੂਸੀ ਕੰਪਨੀਆਂ ਦੇ ਨਵੀਆਂ ਪਾਬੰਦੀਆਂ ਲਗਾਈਆਂ ਨੇ। ਸੂਚੀ ਦੇ ਅਨੁਸਾਰ ਕਾਮਜ਼, ਯੂਨਾਈਟਿਡ ਸ਼ਿਪ ਬਿਲਡਿੰਗ ਕਾਰਪੋਰੇਸ਼ਨ, ਸੇਮਾਸ਼, ਅਲਰੋਸਾ, ਸਿਵਾਕੋ ਫਮੋਲਡ, ਰੂਸੀ ਰਲੇਵੇਂ ਅਤੇ ਹੋਰ ਕੰਪਨੀਆਂ ਖਿਲਾਫ ਪਾਬੰਦੀਆਂ ਲਗਾਈਆਂ ਗਈਆਂ ਨੇ। ਦੂਜੇ ਪਾਸੇ ਕੈਨੇਡਾ ਨੇ ਯੂਕਰੇਨ ਵੱਲ ਮਦਦ ਦਾ ਹੱਥ ਵਧਾਇਆ ਹੈ। ਰੂਸੀ ਫੌਜੀ ਕਾਰਵਾਈ ਦੌਰਾਨ ਕੈਨੇਡਾ ਯੂਕਰੇਨ ਨੂੰ $398 ਮਿਲੀਅਨ ਦਾ ਕਰਜ਼ਾ ਦੇਵੇਗਾ। ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਮਰੀਕਾ ਸਬੰਧ ਬੀਤੇ 2 ਦਹਾਕਿਆਂ ਦੇ ਵਿੱਚ ਅਸਲ ਬਦਲਾਅ ਦੇ ਦੌਰ ਚੋਂ ਲੰਘੇ ਨੇ ਅਤੇ ਇਸ ਸਾਂਝੇਦਾਰੀ ਦਾ ਇੱਕ ਅਹਿਮ ਕਰਾਰ ਇਸ ਦਾ ਮਨੁੱਖੀ ਤੱਤ ਹੈ। ਜੈਸ਼ੰਕਰ ਨੇ ਇੱਥੇ ਹਾਰਵਰਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਵਿੱਚ ਕਿਹਾ ਕਿ ਭਾਵੇਂ ਸਾਡਾ ਕੂਟਨੀਤਿਕ ਅਤੇ ਸੁਰੱਖਿਆ ਸਹਿਯੋਗ ਹੋਵੇ ਜਾਂ ਸਾਡੀ ਆਰਥਿਕ ਤੇ ਤਕਨਾਲੋਜੀ ਸਾਂਝੇਦਾਰੀ ਹੋਵੇ, ਗਲੋਬਲ ਮਾਮਲਿਆਂ ਦੇ ਵਿੱਚ ਇਹ ਆਪਣੀ ਅਹਿਮੀਅਤ ਮਹਿਸੂਸ ਕਰਾਉਣ ਦੇ ਵਿੱਚ ਸਫਲ ਰਹੀ ਹੈ। ਉਹਨਾਂ ਨੇ ਭਾਰਤ ਅਮਰੀਕਾ 2+2 ਗੱਲਬਾਤ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨਾਲ ਵਿਦਿਆਰਥੀਆਂ ਸੰਬੰਧੀ ਹੋਈ ਸੰਯੁਕਤ ਗੱਲਬਾਤ ਦੇ ਵਿੱਚ ਕਿਹਾ ਕਿ 44 ਲੱਖ ਦੀ ਆਬਾਦੀ ਵਾਲਾ ਭਾਰਤੀ ਭਾਈਚਾਰਾ ਅਸਲ ਵਿੱਚ ਇਸ ਸਮਾਜ ਵਿੱਚ ਸਾਡੇ ਅਕਸ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਰਿਸ਼ਤੇ ਮਜ਼ਬੂਤ ਬਣਾਉਣ ਦੇ ਵਿੱਚ ਮਦਦ ਕਰਦਾ ਹੈ। ਸਾਡੇ ਕੰਮ ਲਈ ਊਰਜਾ ਦਾ ਇੱਕ ਵੱਡਾ ਸੋਮਾ ਹੈ। ਜੈਸ਼ੰਕਰ ਨੇ ਕਿਹਾ ਕਿ ਇਸ ਦੇ ਕੇਂਦਰ ਦੇ ਵਿੱਚ ਸਾਡੇ ਵਿਦਿਆਰਥੀ, ਖੋਜਕਾਰ ਅਤੇ ਪੇਸ਼ੇਵਰ ਨੇ ਜਿਨ੍ਹਾਂ ਨੇ ਅਮਰੀਕਾ ਦੀ ਤਰੱਕੀ ਦੇ ਵਿੱਚ ਯੋਗਦਾਨ ਦਿੱਤਾ ਹੈ ਅਤੇ ਉਹ ਸਾਡੇ ਦੋ ਸਮਾਜਾਂ ਦਰਮਿਆਨ ਪੁਲ ਬਣੇ ਹੋਏ ਨੇ। ਸਾਡੇ ਸੰਬੰਧਾਂ ਦੇ ਅੱਗੇ ਵਧਣ ਲਈ ਇਹ ਵੀ ਉਹਨਾਂ ਦੀ ਹੀ ਜ਼ਰੂਰੀ ਹੈ ਕਿ ਨੌਜਵਾਨ ਅਮਰੀਕੀਆਂ ਦੇ ਮਨ ਦੇ ਵਿੱਚ ਭਾਰਤ ਅਤੇ ਦੁਨੀਆ ਬਾਰੇ ਬਿਹਤਰ ਸਮਝ ਵਿਕਸਿਤ ਹੋਵੇ। ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕਾ ਹਿੰਦ ਪ੍ਰਸ਼ਾਂਤ ਕਮਾਨ ਦੇ ਹੈੱਡਕੁਆਟਰ ਦਾ ਦੌਰਾ ਕਰਨ ਲਈ ਬੁੱਧਵਾਰ ਨੂੰ ਅਮਰੀਕਾ ਦੇ ਹਵਾਈ ਪਹੁੰਚੇ ਹੈ। ਇਹ ਅਮਰੀਕੀ ਹਥਿਆਰਬੰਦ ਫੋਰਸਾਂ ਦੀ ਏਕੀਕ੍ਰਿਤ ਲੜਾਕੂ ਕਮਾਨ ਹੈ ਜਿਸ ਦੇ ਜ਼ਿੰਮੇ ਅਹਿਮ ਹਿੰਦ ਪ੍ਰਸ਼ਾਂਤ ਖੇਤਰ ਹੈ। ਵਾਸ਼ਿੰਗਟਨ ਤੋਂ ਆਉਣ ਵਾਲੇ ਅਮਰੀਕਾ ਹਿੰਦ ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮਿਰਲ ਜੌਨ ਐਕਵਿਲਿਨੋ ਨੇ ਰਾਜਨਾਥ ਦਾ ਸਵਾਗਤ ਕੀਤਾ। ਅਮਰੀਕਾ ਹਿੰਦ ਪ੍ਰਸ਼ਾਂਤ ਕਮਾਨ ਅਤੇ ਭਾਰਤੀ ਫੌਜ ਵਿਚਾਲੇ ਵਿਆਪਕ ਸਾਂਝੇਦਾਰੀ ਹੈ ਜਿਸ ਵਿੱਚ ਫੌਜੀ ਅਭਿਆਸ, ਟ੍ਰੇਨਿੰਗ ਪ੍ਰੋਗਰਾਮ ਅਤੇ ਰੱਖਿਆ ਆਦਾਨ ਪ੍ਰਦਾਨ ਸ਼ਾਮਲ ਹੈ। ਯੂਕਰੇਨ ਦੇ ਵਿੱਤ ਮੰਤਰਾਲੇ ਨੇ ਦੱਸਿਆ ਕਿ ਰੂਸੀ ਫੌਜੀ ਕਾਰਵਾਈ ਦੌਰਾਨ ਉਸਨੇ ਕੈਨੇਡੀਅਨ ਸਰਕਾਰ ਨਾਲ $398 ਮਿਲੀਅਨ ਦੇ ਕਰਜ਼ੇ ਦੇ ਸਮਝੌਤੇ ਤੇ ਹਸਤਾਖਰ ਕੀਤੇ ਨੇ। ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਯੂਕਰੇਨ ਦੇ ਵਿੱਤ ਮੰਤਰੀ ਸੇਰਹੀ ਮਾਰਚੋਕੋ ਨੇ ਯੂਕਰੇਨ ਨੂੰ
ਅਨੁਕੂਲ ਸ਼ਰਤਾਂ ਤੇ 500 ਮਿਲੀਅਨ ਕੈਨੇਡੀਅਨ ਡਾਲਰ ਔਰ ਦਾ ਕਰਜ਼ਾ ਪ੍ਰਦਾਨ ਕਰਨ ਦੇ ਲਈ ਕੈਨੇਡੀਅਨ ਸਰਕਾਰ ਦੇ ਨਾਲ ਇੱਕ ਕਰਜ਼ਾ ਸਮਝੌਤਾ ਤੇ ਹਸਤਾਖਰ ਕੀਤੇ ਨੇ। ਕਰਜ਼ੇ ਦੀ ਮਿਆਦ 10 ਸਾਲਾਂ ਦੀ ਹੈ। ਬੁੱਧਵਾਰ ਦੇਰ ਰਾਤ ਮੰਤਰਾਲੇ ਨੇ ਆਪਣੇ ਟਵਿੱਟਰ ਪੇਜ ਤੇ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਡੋਨੇਟਸਕ ਅਤੇ ਲੁਹਾਨਸਕ ਦੇ ਲੋਕ ਗਣਰਾਜਾਂ ਦਾ ਸਮਰਥਨ ਕਰਨ ਲਈ ਯੂਕਰੇਨ ਵਿੱਚ ਆਪਣੀ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ। ਪੱਛਮੀ ਦੇਸ਼ਾਂ ਨੇ ਯੂਕਰੇਨ 'ਚ ਰੂਸੀ ਫੌਜੀ ਕਾਰਵਾਈ ਦੀ ਸਖਤ ਨਿੰਦਾ ਕਰਦੇ ਹੋਏ ਇਸ ਨੂੰ ਹਮਲਾ ਕਰਾਰ ਦਿੱਤਾ ਅਤੇ ਮਾਸਕੋ ਤੇ ਸਖਤ ਪਾਬੰਦੀਆਂ ਲਗਾਈਆਂ ਨੇ। ਅਮਰੀਕਾ ਨੇ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਨਵਾਂ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਵਧਾਈ ਦਿੱਤੀ ਹੈ ਅਤੇ ਕਿਹਾ ਹੈ ਕਿ ਉਹ ਉਹਨਾਂ ਨਾਲ ਕੰਮ ਕਰਨ ਦੇ ਲਈ ਉਤਸੁਕ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ ਪਿਛਲੇ 75 ਸਾਲਾਂ ਤੋਂ ਆਪਸੀ ਹਿੱਤਾਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਇੱਕ ਮਹੱਤਵਪੂਰਨ ਭਾਈਵਾਲ ਰਿਹਾ ਹੈ ਅਤੇ ਅਮਰੀਕਾ ਪਾਕਿਸਤਾਨ ਦੇ ਨਾਲ ਆਪਣੇ ਸੰਬੰਧਾਂ ਨੂੰ ਮਹੱਤਵ ਦਿੰਦਾ ਹੈ। ਬਲਿੰਕਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਮਰੀਕਾ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਵਧਾਈ ਦਿੰਦਾ ਹਾਂ। ਅਸੀਂ ਪਾਕਿਸਤਾਨੀ ਸਰਕਾਰ ਦੇ ਨਾਲ ਆਪਣੇ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ਨੂੰ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ। ਸ਼ਰੀਫ ਤੇ ਇਮਰਾਨ ਖਾਨ ਦੀ ਜਗ੍ਹਾ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਦੇ ਕੁਝ ਦਿਨਾਂ ਬਾਅਦ ਅਮਰੀਕਾ ਨੇ ਇਹ ਬਿਆਨ ਜਾਰੀ ਕੀਤਾ ਹੈ। ਬਲਿੰਕਨ ਨੇ ਕਿਹਾ ਕਿ ਅਮਰੀਕਾ ਇੱਕ ਮਜ਼ਬੂਤ, ਖੁਸ਼ਹਾਲ ਅਤੇ ਲੋਕਤੰਤਰੀ ਪਾਕਿਸਤਾਨ ਨੂੰ ਦੋਵਾਂ ਦੇਸ਼ਾਂ ਦੇ ਹਿੱਤਾਂ ਦੇ ਲਈ ਜ਼ਰੂਰੀ ਸਮਝਦਾ ਹੈ। ਜ਼ਿਕਰਯੋਗ ਹੈ ਕਿ 9 ਅਪ੍ਰੈਲ ਨੂੰ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਵਿੱਚ ਬੇਭਰੋਸਗੀ ਮਤੇ ਤੇ ਹੀ ਹੋਈ ਵੋਟਿੰਗ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵਿਰੋਧੀ ਧਿਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕੀ ਵਿੱਤ ਮੰਤਰੀ ਜੈਨੇਟ ਯੈਲਨ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਵੱਲੋਂ ਰੂਸ ਤੇ ਲਾਈਆਂ ਗਈਆਂ ਪਾਬੰਦੀਆਂ ਨੂੰ ਕਮਜ਼ੋਰ ਕਰਨ ਵਾਲੇ ਦੇਸ਼ਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਅਟਲਾਂਟਿਕ ਕਾਉਂਸਲਿੰਗ 'ਚ ਬੁੱਧਵਾਰ ਨੂੰ ਦਿੱਤੇ ਜਾਣ ਲਈ ਤਿਆਰ ਟਿੱਪਣੀ 'ਚ ਯੈਲਨ ਨੇ ਕਿਹਾ ਕਿ ਪਾਬੰਦੀ ਲਾਉਣ ਵਾਲੇ ਦੇਸ਼ਾਂ ਦਾ ਯੂਨੀਫਾਈਡ ਗੱਠਜੋੜ ਉਹਨਾਂ ਕਾਰਵਾਈਆਂ ਤੇ ਪ੍ਰਤੀ ਉਦਾਸੀਨ ਨਹੀਂ ਹੋਵੇਗਾ ਜੋ ਸਾਡੇ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਕਮਜ਼ੋਰ ਕਰਦੇ ਨੇ। ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਯੂਕਰੇਨ 'ਚ ਯੁੱਧ ਨੂੰ ਲੈ ਕੇ ਰੂਸ ਵਿਰੁੱਧ ਗਲੋਬਲ ਅਰਥਵਿਵਸਥਾ ਨੂੰ ਹਥਿਆਰ ਬਣਾਉਣ ਲਈ ਪਾਬੰਦੀਆਂ ਦੀ ਵਰਤੋਂ ਕੀਤੀ ਹੈ। ਅਜੇ ਤੱਕ ਕੋਈ ਵੀ ਦੇਸ਼ ਪਾਬੰਦੀਆਂ ਨੂੰ ਖਤਮ ਨਹੀਂ ਕਰ ਰਿਹਾ, ਪਰ ਸਹਿਯੋਗੀ ਦਰਮਿਆਨ ਖਦਸ਼ਾ ਹੈ ਕਿ ਚੀਨ, ਜਿਸ ਨੇ ਪੱਛਮੀ ਪਾਬੰਦੀਆਂ ਦੀ ਆਲੋਚਨਾ ਕੀਤੀ ਹੈ, ਸੰਭਾਵਿਤ ਰੂਪ ਨਾਲ ਅਜਿਹਾ ਕਰ ਸਕਦਾ ਹੈ। ਯੈਲਨ ਨੇ ਇਸ ਸਵਾਲ ਦੇ ਵਿਕਲਪ ਨੂੰ ਖੁੱਲ੍ਹਾ ਰੱਖਿਆ ਕਿ ਇਸ ਦੇ ਨਤੀਜੇ ਕੀ ਹੋ ਸਕਦੇ ਨੇ। ਉਹਨਾਂ ਕਿਹਾ ਕਿ ਯੂਕਰੇਨ 'ਚ ਰੂਸ ਦੇ ਯੁੱਧ ਨੇ ਗਲੋਬਲ ਅਰਥਵਿਵਸਥਾ ਦੀ ਰੂਪਰੇਖਾ ਨੂੰ ਫਿਰ ਤੋਂ ਤਿਆਰ ਕੀਤਾ ਹੈ, ਜਿਸ 'ਚ ਅੱਗੇ ਵਧਣ ਵਾਲੇ ਅੰਤਰਰਾਸ਼ਟਰੀ ਸਹਿਯੋਗ ਦੀ ਸਾਡੀ ਧਾਰਨਾ ਸ਼ਾਮਲ ਹੈ। ਅਮਰੀਕਾ ਦੇ ਗਲੋਬਲ ਸਟ੍ਰੈਟ ਵਿਊ ਦੀ ਰਿਪੋਰਟ ਨੇ ਚੀਨੀ ਕਰਜ਼ੇ ਦੇ ਜਾਲ ਨੂੰ ਲੈ ਕੇ ਪੂਰੀ ਦੁਨੀਆ ਦੇ ਦੇਸ਼ਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਚੀਨ ਦੇ ਵਿਕਾਸ ਤੇ ਬੇਤਹਾਸ਼ਾ ਨਿਰਭਰਤਾ ਨਾਲ ਕੋਈ ਵੀ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਸਕਦਾ ਹੈ। ਇਹ ਗੱਲ ਪਾਕਿਸਤਾਨ ਤੇ ਸ਼੍ਰੀਲੰਕਾ ਦੀ ਮੌਜੂਦਾ ਬਦਹਾਲੀ ਨੇ ਬਾਕੀ ਦੇਸ਼ਾਂ ਨੂੰ ਸਮਝਾ ਦਿੱਤੀ ਹੈ। ਰਿਪੋਰਟ ਮੁਤਾਬਕ ਚੀਨ ਦੀ ਹੀ ਲੈਬੋਰੇਟਰੀਆਂ 'ਚ ਤਿਆਰ ਕੀਤੀ ਗਈ ਗਲੋਬਲ ਮਹਾਮਾਰੀ ਕਰੋਨਾ ਵਾਇਰਸ ਨਾਲ ਪਹਿਲਾਂ ਹੀ ਦੁਨੀਆ ਆਰਥਿਕ ਬਦਹਾਲੀ ਦਾ ਸ਼ਿਕਾਰ ਹੈ। ਇਸ ਤੋਂ ਬਾਅਦ ਰਹੀ ਕਸਰ ਗੁਆਂਢੀ ਦੇਸ਼ਾਂ ਨੂੰ ਸਸਤਾ ਕਰਜ਼ਾ ਵੰਡ ਕੇ ਚੀਨ ਉਹਨਾਂ ਨੂੰ ਤਬਾਹ ਕਰਕੇ ਹੜਪਣ ਦੀ ਸਾਜ਼ਿਸ਼ ਨੇ ਪੂਰੇ ਕਰ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਸ਼੍ਰੀਲੰਕਾ ਤੇ ਪਾਕਿਸਤਾਨ ਦੇ ਖਸਤਾ ਆਰਥਿਕ ਹਾਲਾਤਾਂ ਦੁਨੀਆ ਦੇ ਹੋਰਾਂ ਦੇਸ਼ਾਂ ਲਈ ਇੱਕ ਸਬਕ ਹੈ ਤਾਂ ਜੋ ਉਹ ਚੀਨ ਵੱਲੋਂ ਵਿਛਾਏ ਕਰਜ਼ੇ ਦੇ ਜਾਲ 'ਚ ਨਾ ਫਸਣ। ਅਜੇ ਤੱਕ ਦੁਨੀਆ ਦੇ 40 ਦੇਸ਼ਾਂ ਦੀਆਂ ਅਰਥਵਿਵਸਥਾ ਇਸੇ ਚੀਨ ਦੇ ਜਾਲ 'ਚ ਫਸ ਕੇ ਬਦਹਾਲ ਹੋ ਗਈਆਂ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਕਰਜ਼ੇ ਦੇ ਫੰਦੇ ਦੀ ਕੂਟਨੀਤੀ ਦਾ ਇਸਤੇਮਾਲ ਕਰਕੇ ਪਾਕਿਸਤਾਨ ਤੱਕ ਆਪਣਾ ਰਣਨੀਤਿਕ ਪਹੁੰਚ ਬਣਾ ਲਵੇਗਾ। ਪਾਕਿਸਤਾਨ 'ਚ ਜਿੰਨੇ ਵੀ ਬੁਨਿਆਦੀ ਢਾਂਚੇ ਸੰਬੰਧੀ ਪ੍ਰੋਜੈਕਟ ਬਣ ਰਹੇ ਨੇ ਉਹ ਸਾਰੇ ਚੀਨੀ ਕਰਜ਼ੇ ਦੇ ਭਰੋਸੇ ਚੱਲ ਰਹੇ ਨੇ। ਗਲੋਬਲ ਸਟ੍ਰੇਟ ਵਿਊ ਦੀ ਰਿਪੋਰਟ ਦੇ ਮੁਤਾਬਕ ਚੀਨ ਤੋਂ ਮਿਲਣ ਵਾਲੀ ਸਭ ਤੋਂ ਵੱਡੀ ਆਰਥਿਕ ਸਹਾਇਤਾ ਪ੍ਰਾਪਤ ਕਰਕੇ ਦੋ ਦੇਸ਼ਾਂ ਦੀਆਂ ਅਰਥਵਿਵਸਥਾਵਾਂ 'ਚ ਉਛਾਲ ਆਉਣ ਦੀ ਬਜਾਏ ਉਹ ਗਲੋਬਲ ਆਰਥਿਕ ਸੰਕਟ ਦਾ ਸਭ ਤੋਂ ਵੱਡੇ ਸ਼ਿਕਾਰ ਬਣ ਗਏ ਨੇ। ਉਹ ਵੀ ਉਦੋਂ ਜਦੋਂ ਇਹ ਗਲੋਬਲ ਆਰਥਿਕ ਸੰਕਟ ਵੀ ਚੀਨੀ ਲੈਬ 'ਚ ਬਣੇ ਕਰੋਨਾ ਵਾਇਰਸ ਦੀ ਹੀ ਦੇਣ ਹੈ। ਪਾਕਿਸਤਾਨ ਤੇ ਸ਼੍ਰੀਲੰਕਾ ਦੇ ਇਲਾਵਾ ਚੀਨ ਨੇ ਵੀਅਤਨਾਮ, ਥਾਈਲੈਂਡ, ਕੰਬੋਡੀਆ, ਮੈਡਾਗਾਸਕਰ, ਮਾਲਦੀਵ, ਤਜ਼ਾਕਿਸਤਾਨ ਜਿਹੇ ਦੇਸ਼ਾਂ ਨੂੰ ਬੇਹਿਸਾਸ ਕਰਜ਼ਾ ਦਿੱਤਾ ਹੋਇਆ ਹੈ ਜੋ ਅਜੇ ਵੀ ਨਹੀਂ ਸੰਭਲੇ ਤਾਂ ਉਹਨਾਂ ਦਾ ਭਵਿੱਖ ਵੀ ਪਾਕਿਸਤਾਨ ਤੇ ਸ਼੍ਰੀਲੰਕਾ ਵਰਗਾ ਹੋ ਸਕਦਾ ਹੈ। ਐਡਾਟਾ ਦੀ ਰਿਪੋਰਟ ਦੇ ਮੁਤਾਬਕ ਕਰੀਬ 40 ਅਰਥਵਿਵਸਥਾਵਾਂ ਚੀਨ ਦੇ ਕਰਜ਼ੇ ਦੇ ਮੱਕੜ ਜਾਲ 'ਚ ਫਸ ਕੇ ਬਦਹਾਲ ਹੋ ਚੁੱਕੀਆਂ ਨੇ ਤੇ ਲੁਕੇ ਤੌਰ ਤੇ ਚੀਨੀ ਲੈਣਦਾਰ ਦਾ ਉਹਨਾਂ ਦੀ ਕੁੱਲ GDP ਦੇ 10% ਤੋਂ ਵੱਧ ਕਰਜ਼ਾ ਹੈ। ਇਹਨਾਂ ਚੋਂ ਕੁਝ ਦੇਸ਼ ਲਾਓਸ, ਜ਼ਿੰਬਾਬਵੇ ਤੇ ਕਿਰਗਿਜ਼ਸਤਾਨ ਵੀ ਹਨ ਜਿਨ੍ਹਾਂ ਨੇ ਉਹਨਾਂ ਦੀ GDP ਦਾ 20% ਚੀਨੀ ਕਰਜ਼ਾ ਹੈ। ਚੀਨੀ ਹਮੇਸ਼ਾ ਤੋਂ ਆਸਾਨ ਕਰਜ਼ੇ ਦਾ ਜਾਲ ਕੁਝ ਇਸ ਤਰ੍ਹਾਂ ਵਿਛਾਉਂਦਾ ਹੈ ਕਿ ਆਰਥਿਕਤਾ ਤੌਰ ਤੇ ਕਮਜ਼ੋਰ ਦੇਸ਼ ਉਸ ਦੀ ਕਥਿਤ ਦੋਸਤੀ ਤੇ ਭਰੋਸਾ ਕਰ ਲੈਂਦੇ ਨੇ। ਵਿਸ਼ਵ ਬੈਂਕ ਦੀ ਇੱਕ ਤਾਜ਼ਾ ਰਿਪੋਰਟ ਦੇ ਮੁਤਾਬਕ ਚੀਨ ਦੀ ਕਰਜ਼ੇ ਦੇ ਜਾਲ 'ਚ ਫਸਾਉਣ ਦੀ ਨੀਤੀ ਪੂਰੀ ਦੁਨੀਆ ਦੇ ਵਿੱਚ ਇੱਕ ਪੈਟਰਨ ਬਣ ਗਈ ਹੈ।
ਅਮਰੀਕਾ ਵਿੱਚ ਹਵਾਈ ਕਿਰਾਇਆ ਵਧ ਰਿਹਾ ਹੈ, ਜਿਸ ਨਾਲ ਲੋਕ ਪਰੇਸ਼ਾਨ ਹਨ। ਹਵਾਈ ਕਿਰਾਏ ਦੇ ਵਿੱਚ ਵਾਧਾ ਇਸ ਲਈ ਹੋਇਆ ਕਿਉਂਕਿ ਈਂਧਨ ਦੀਆਂ ਉੱਚੀਆਂ ਕੀਮਤਾਂ ਅਤੇ ਜ਼ਿਆਦਾਤਰ ਯਾਤਰਾ ਦੀ ਮੰਗ ਉਡਾਨਾਂ ਦੀ ਲਾਗਤ ਨੂੰ ਵਧਾਉਂਦੀ ਹੈ। ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੇ ਗਏ ਅਡੋਬ ਡਿਜੀਟਲ ਇਕਨੋਮੀ ਇੰਡੈਕਸ ਦੇ ਅੰਕੜਿਆਂ ਮੁਤਾਬਕ ਖਪਤਕਾਰਾਂ ਨੇ ਪਿਛਲੇ ਮਹੀਨੇ ਘਰੇਲੂ ਯੂਐਸ 에ਅਰਲਾਈਨ ਦੀਆਂ ਟਿਕਟਾਂ ਤੇ 8.8 ਬਿਲੀਅਨ ਡਾਲਰ ਖਰਚ ਕੀਤੇ ਨੇ, ਜੋ ਕੋਵਿਡ ਮਹਾਮਾਰੀ ਤੋਂ ਪਹਿਲਾਂ ਮਾਰਚ 2019 ਦੀ ਤੁਲਨਾ ਦੇ ਵਿੱਚ 28% ਵੱਧ ਹੈ। ਜਦਕਿ ਕਿਰਾਏ ਦੇ ਵਿੱਚ 20% ਦਾ ਵਾਧਾ ਹੋਇਆ ਹੈ। ਬੁਕਿੰਗ ਸਿਰਫ 12% ਵਧੀ ਹੈ। ਵੱਧ ਕਿਰਾਏ ਮਹਿੰਗਾਈ ਦੀਆਂ ਤਾਜ਼ਾ ਉਦਾਹਰਨਾਂ ਦੇ ਵਿੱਚੋਂ ਇੱਕ ਹੈ, ਜੋ ਗੈਸ ਸਟੇਸ਼ਨਾਂ, ਸੁਪਰਮਾਰਕੀਟਾਂ ਅਤੇ ਹਾਊਸਿੰਗ ਮਾਰਕੀਟ ਦੇ ਵਿੱਚ ਖਪਤਕਾਰਾਂ ਨੂੰ ਮਾਰ ਰਹੀ ਹੈ। 에ਅਰਲਾਈਨ ਦੇ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਉਹ ਯਾਤਰੀਆਂ ਨੂੰ ਜੈਟ ਈਂਧਨ ਵਿੱਚ ਭਾਰੀ ਵਾਧੇ ਦੇ ਨਾਲ ਪਾਸ ਕਰ ਸਕਦੇ ਨੇ, ਜੋ ਹੁਣ ਤੱਕ 2 ਸਾਲਾਂ ਦੀ ਕੋਵਿਡ ਤਾਲਾਬੰਦੀ ਦੇ ਬਾਅਦ ਯਾਤਰਾ ਲਈ ਵਧੇਰੇ ਖਰਚ ਕਰਨ ਲਈ ਤਿਆਰ ਦਿਖਾਈ ਦਿੰਦੇ ਨੇ। ਪਲੈਟਸ ਦੇ ਅਨੁਸਾਰ ਬੈਂਚਮਾਰਕ ਯੂਐਸ ਗਲਫ ਕੋਸਟ ਜੈਟ ਈਂਧਨ ਸੋਮਵਾਰ ਨੂੰ 3.2827 ਡਾਲਰ ਪ੍ਰਤੀ ਗੈਲਨ ਆ ਗਿਆ ਹੈ, ਜੋ ਕਿ 2022 ਦੀ ਸ਼ੁਰੂਆਤ ਤੋਂ ਲਗਭਗ 50% ਤੋਂ ਵੱਧ ਹੈ ਅਤੇ 1 ਸਾਲ ਪਹਿਲਾਂ ਦੁੱਗਣੇ ਤੋਂ ਵੱਧ ਸੀ। ਡੈਲਟਾ 에ਅਰਲਾਈਨਸ ਬੁੱਧਵਾਰ ਨੂੰ ਬਾਜ਼ਾਰ ਖੋਲ੍ਹਣ ਤੋਂ ਪਹਿਲਾਂ 에ਅਰਲਾਈਨਸ ਰਿਪੋਰਟਿੰਗ ਸੀਜ਼ਨ ਦੀ ਸ਼ੁਰੂਆਤ ਕਰੇਗੀ ਅਤੇ ਕੰਪਨੀ ਦੇ ਅਧਿਕਾਰੀ ਯਾਤਰਾ ਦੀ ਮੰਗ, ਲਾਗਤ ਅਤੇ ਕਿਰਾਏ ਤੇ ਇੱਕ ਨਜ਼ਰੀਆ ਪ੍ਰਦਾਨ ਕਰਨਗੇ। ਜੂਨ ਤੋਂ ਅਗਸਤ ਦੀ ਯਾਤਰਾ ਲਈ ਆਨਲਾਈਨ ਖਰਚ 2019 ਦੇ ਮੁਕਾਬਲੇ 8% ਵੱਧ ਹੈ ਅਤੇ ਬੁਕਿੰਗ 3% ਵੱਧ ਹੈ। ਅਡੋਬ ਡੇਟਾ ਦੇ ਅਨੁਸਾਰ ਇਹ ਸਭ ਤੋਂ ਵੱਡੇ ਯੂਐਸ 에ਅਰਲਾਈਨ ਦੇ ਪਲੇਟਫਾਰਮਾਂ ਦੇ ਬੁਕਿੰਗ ਨੂੰ ਟਰੈਕ ਕਰਦਾ ਹੈ। 에ਅਰ ਨਿਊਜ਼ੀਲੈਂਡ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। 에ਅਰ ਨਿਊਜ਼ੀਲੈਂਡ ਨੇ ਹੁਣ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਲਈ ਕੋਵਿਡ-19 ਟੀਕਾਕਰਨ ਅਤੇ ਨਕਾਰਾਤਮਕ ਟੈਸਟ ਦੇ ਸਬੂਤ ਦੀ ਲੋੜ ਨੂੰ ਖਤਮ ਕਰ ਦਿੱਤਾ ਹੈ। ਮੁੱਖ ਕਾਰਜਕਾਰੀ ਅਧਿਕਾਰੀ ਗ੍ਰੈਗ ਫੋਰ ਨੇ ਕਿਹਾ ਕਿ ਜਿਵੇਂ ਹੀ ਨਿਊਜ਼ੀਲੈਂਡ ਓਮਿਕਰੋਨ ਦੇ ਸਿਖਰ ਤੋਂ ਅੱਗੇ ਵੱਧਦਾ ਹੈ ਤਾਂ ਦੇਸ਼ ਦੀਆਂ ਕੋਵਿਡ-19 ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾਂਦੀ ਹੈ। ਅਸੀਂ ਗਾਹਕਾਂ ਲਈ ਆਪਣੀਆਂ ਕੁਝ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਨੂੰ ਲੋੜਵੰਦਾਂ ਨੂੰ ਵਿਵਸਥਿਤ ਕਰਾਂਗੇ। ਫੋਰ ਨੇ ਕਿਹਾ ਕਿ ਵੀਰਵਾਰ ਤੋਂ ਯਾਤਰੀਆਂ ਨੂੰ ਨਿਊਜ਼ੀਲੈਂਡ ਅਤੇ ਆਲੇ-ਦੁਆਲੇ ਉਡਾਨ ਭਰਨ ਲਈ ਟੀਕਾਕਰਨ ਜਾਂ ਨੈਗੇਟਿਵ ਟੈਸਟ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਹੈ ਅਤੇ 1 ਮਈ ਤੋਂ 에ਅਰ ਨਿਊਜ਼ੀਲੈਂਡ ਅੰਤਰਰਾਸ਼ਟਰੀ ਉਡਾਨਾਂ ਲਈ ਨੋ ਜੈਬ ਨੋ ਫਲਾਈ ਨੀਤੀ ਨੂੰ ਹਟਾ ਦੇਵੇਗੀ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖਬਰ ਮੁਤਾਬਕ ਇਹ ਕਦਮ ਉਦੋਂ ਚੁੱਕਿਆ ਗਿਆ ਕਿ ਜਦੋਂ ਨਿਊਜ਼ੀਲੈਂਡ ਵੀਰਵਾਰ ਨੂੰ ਆਪਣੇ ਕੋਵਿਡ-19 ਪ੍ਰੋਟੈਕਸ਼ਨ ਫਰੇਮਵਰਕ ਦੇ ਤਹਿਤ ਦੂਜੇ ਸਭ ਤੋਂ ਉੱਚੇ ਸੰਤਰੀ ਸੈਟਿੰਗਾਂ ਤੇ ਚਲਾ ਗਿਆ। ਸ਼ੁੱਕਰਵਾਰ ਤੋਂ 에ਅਰ ਨਿਊਜ਼ੀਲੈਂਡ ਬੋਰਡ ਤੇ ਆਪਣੀ ਖਾਣ-ਪੀਣ ਦੀ ਸੇਵਾ ਨੂੰ ਦੁਬਾਰਾ ਸ਼ੁਰੂ ਕਰੇਗੀ। ਫੋਰਨ ਨੇ ਦੱਸਿਆ ਕਿ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਤੇ ਅਜੇ ਵੀ ਮਾਸਕ ਦੀ ਲੋੜ ਹੋਵੇਗੀ। ਇਹ ਸੀ ਹੁਣ ਤੱਕ ਦੀਆਂ ਖਬਰਾਂ। ਤੁਸੀਂ ਦੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ। ਮੈਨੂੰ ਦਿਓ ਆਗਿਆ। ਧੰਨਵਾਦ।